ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਆਪ ਸਭ ਦਾ ਬਰੀਫ ਪੰਜਾਬ ਚੈਨਲ ਵਿੱਚ। ਦੋਸਤੋ, ਇਸ ਇਤਿਹਾਸ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਰਤ ਦੇ ਵੱਖ-ਵੱਖ ਥਾਵਾਂ ਤੇ ਹੁੰਦੇ ਹੋਏ ਨੰਦੇੜ ਪਹੁੰਚੇ ਸਨ। ਪਰ ਨੰਦੇੜ ਰਹਿੰਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਦੋ ਪਠਾਨ ਭਰਾਵਾਂ ਨੇ ਇੱਕ ਧੋਖੇ ਦੇ ਨਾਲ ਵੱਡਾ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਖਮੀ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਲਾਜ ਇੱਕ ਅੰਗਰੇਜ਼ ਡਾਕਟਰ ਨੇ ਕੀਤਾ ਸੀ? ਕੌਣ ਸੀ ਇਹ ਗੋਰਾ ਡਾਕਟਰ ਅਤੇ ਇਹ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ? ਕੀ ਉਸ ਵਕਤ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੀ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਆਮਦ ਸ਼ੁਰੂ ਹੋ ਚੁੱਕੀ ਸੀ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ। ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਇਸ ਇਤਿਹਾਸ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ। ਸੋ ਆਓ ਹੁਣ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸਾਲ 1707 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਅਤੇ ਭਾਰਤ ਦੇ ਵੱਖ-ਵੱਖ ਸਥਾਨਾਂ ਤੇ ਹੁੰਦੇ ਹੋਏ ਨੰਦੇੜ ਪਹੁੰਚੇ ਸਨ। ਨੰਦੇੜ ਪਹੁੰਚ ਕੇ ਉਹਨਾਂ ਨੇ ਬਾਰ-ਬਾਰ ਡੇਰਾ ਲਾਇਆ ਸੀ। ਨੰਦੇੜ ਪਹੁੰਚ ਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਧੋ ਦਾਸ ਬਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਬਖਸ਼ ਕੇ ਪੰਜਾਬ ਵਜ਼ੀਰ ਖਾਨ ਨੂੰ ਸੋਧਣ ਵਾਸਤੇ ਭੇਜਿਆ ਸੀ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਕਿਹਾ ਸੀ। ਨੰਦੇੜ ਵਿਖੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ ਸੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬਹਾਦਰ ਸ਼ਾਹ ਪਹਿਲਾ ਭਾਰਤ ਦਾ ਸ਼ਾਸਕ ਬਣ ਗਿਆ ਸੀ। ਇਸੇ ਜਗ੍ਹਾ ਤੇ ਹੀ 1708 ਈਸਵੀ ਵਿੱਚ ਸਤੰਬਰ ਦੇ ਮਹੀਨੇ ਦੋ ਪਠਾਨ ਭਰਾਵਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਉਸ ਵਕਤ ਇੱਕ ਵੱਡਾ ਹਮਲਾ ਕਰ ਦਿੱਤਾ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਤੰਬੂ ਵਿੱਚ ਬੈਠੇ ਆਰਾਮ ਕਰ ਰਹੇ ਸਨ। ਇੱਕ ਲੰਮੀ ਕਟਾਰ ਨਾਲ ਕੀਤੇ ਗਏ ਇਸ ਹਮਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਛਾਤੀ ਦੇ ਹੇਠਲੇ ਹਿੱਸੇ ਵਿੱਚ ਇੱਕ ਗਹਿਰਾ ਜ਼ਖਮ ਹੋ ਗਿਆ ਸੀ। ਅਸਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਹਮਲਾ ਕਰਨ ਵਾਲੇ ਦੋ ਪਠਾਨ ਭਰਾ ਜਮਸ਼ੇਦ ਖਾਨ ਅਤੇ ਵਾਸਲ ਬੇਗ ਮੁਗਲ ਫੌਜਾਂ ਦੇ ਰਸਾਲਦਾਰ ਪੈਂਡੇ ਖਾਂ ਦੇ ਪੋਤਰੇ ਸਨ। ਇਹ ਪੈਂਡੇ ਖਾਂ ਉਹੀ ਸੀ ਜਿਹੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ ਸੀ ਤੇ ਬਾਅਦ ਵਿੱਚ ਉਹਨਾਂ ਤੇ ਹੀ ਚੜ੍ਹਾਈ ਕਰਕੇ ਆਇਆ ਸੀ। ਪਰ ਜੰਗ ਦੇ ਦੌਰਾਨ ਪੈਂਡੇ ਖਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਬੁਰੀ ਤਰੀਕੇ ਦੇ ਨਾਲ ਮਾਰਿਆ ਗਿਆ ਸੀ। ਪੈਂਡੇ ਖਾਂ ਦੇ ਇਹਨਾਂ ਦੋਵਾਂ ਪੋਤਰਿਆਂ ਦੋ ਪਠਾਨ ਭਰਾਵਾਂ ਨੂੰ ਉਸ ਵਕਤ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਹੀ ਉਕਸਾ ਕੇ ਗੁਰੂ ਸਾਹਿਬ ਉੱਤੇ ਹਮਲਾ ਕਰਨ ਵਾਸਤੇ ਨੰਦੇੜ ਭੇਜਿਆ ਸੀ। ਇਹ ਦੋਵੇਂ ਭਰਾ ਪਹਿਲਾਂ ਸਿੱਖਾਂ ਦਾ ਰੂਪ ਧਾਰ ਕੇ ਕਈ ਦਿਨ ਗੁਰੂ ਸਾਹਿਬ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਰਹੇ ਤੇ ਮੌਕਾ ਦੇਖ ਕੇ ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਫੌਰਨ ਤੋਂ ਬਾਅਦ ਇੱਕ ਹਮਲਾਵਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਤਲਵਾਰ ਦੇ ਨਾਲ ਉਸੇ ਵਕਤ ਹੀ ਝਟਕਾ ਦਿੱਤਾ ਸੀ। ਜਦ ਕਿ ਦੂਜਾ ਹਮਲਾਵਰ ਜਦੋਂ ਤੰਬੂ ਤੋਂ ਬਾਹਰ ਨਿਕਲ ਕੇ ਭੱਜਣ ਲੱਗਾ ਤਾਂ ਉਸ ਨੂੰ ਸਿੰਘਾਂ ਨੇ ਫੜ ਲਿਆ ਅਤੇ ਕੁੱਟ-ਕੁੱਟ ਕੇ ਹੀ ਮਾਰ ਦਿੱਤਾ। ਪਰੰਤੂ ਕਟਾਰ ਨਾਲ ਲੱਗੇ ਇਸ ਡੂੰਘੇ ਜ਼ਖਮ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ ਤੇ ਇੱਕ ਬਹੁਤ ਜ਼ਿਆਦਾ ਖੂਨ ਵਹਿ ਗਿਆ ਸੀ। ਜਦੋਂ ਇਸ ਹਮਲੇ ਦੀ ਖਬਰ ਬਹਾਦਰ ਸ਼ਾਹ ਪਹਿਲੇ ਮੁਗਲ ਬਾਦਸ਼ਾਹ ਕੋਲ ਪਹੁੰਚੀ ਤਾਂ ਉਸਨੇ ਆਪਣੇ ਗੋਰੇ ਸਰਕਾਰੀ ਡਾਕਟਰ ਨੂੰ ਗੁਰੂ ਸਾਹਿਬ ਦਾ ਇਲਾਜ ਕਰਨ ਵਾਸਤੇ ਭੇਜਿਆ। ਉਕਤ ਅੰਗਰੇਜ਼ੀ ਡਾਕਟਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜ਼ਖਮਾਂ ਦੀ ਜਾਂਚ ਕੀਤੀ ਅਤੇ ਜ਼ਖਮਾਂ ਨੂੰ ਸਾਫ਼ ਕਰਕੇ ਉੱਪਰ ਟਾਂਕੇ ਲਗਾ ਦਿੱਤੇ। ਇਸ ਅੰਗਰੇਜ਼ ਡਾਕਟਰ ਦਾ ਨਾਮ ਡਾਕਟਰ ਨਿਕੋਲਾ ਮਨੂਚੀ ਸੀ, ਜਿਸ ਨੂੰ ਡਾਕਟਰ ਕੌਲ ਵੀ ਕਹਿੰਦੇ ਸਨ। ਡਾਕਟਰ ਕੌਲ ਉਸ ਵਕਤ ਦੇ ਭਾਰਤ ਦੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਪਹਿਲੇ ਦਾ ਇੱਕ ਸਰਕਾਰੀ ਡਾਕਟਰ ਸੀ। ਡਾਕਟਰ ਕੌਲ ਨੇ ਉਸ ਵਕਤ ਭਾਰਤ ਦੀ ਆਪਣੀ ਫੇਰੀ ਤੇ ਅਤੇ ਭਾਰਤ ਦੇ ਹਾਲਾਤਾਂ ਉੱਤੇ ਕੁੱਲ 6 ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚੋਂ ਇੱਕ ਕਿਤਾਬ ਵਿੱਚ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਗਏ ਆਪਣੇ ਵੱਲੋਂ ਇਲਾਜ ਬਾਰੇ ਵੀ ਦੱਸਦਾ ਹੈ। ਇਸ ਡਾਕਟਰ ਕੌਲ ਦਾ ਜਨਮ 1639 ਈਸਵੀ ਵਿੱਚ ਵੈਲਸ ਸ਼ਹਿਰ ਵਿੱਚ ਹੋਇਆ ਸੀ, ਪਰ 14 ਸਾਲ ਦੀ ਉਮਰ ਵਿੱਚ ਹੀ ਇਸਨੇ ਆਪਣਾ ਦੇਸ਼ ਛੱਡ ਦਿੱਤਾ। ਉੱਧਰ 17ਵੀਂ ਸਦੀ ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਪੁਰਤਗਾਲੀ ਅਤੇ ਫਰਾਂਸੀਸੀ ਵਪਾਰੀ ਆਉਣੇ ਸ਼ੁਰੂ ਹੋ ਗਏ ਸਨ ਤੇ ਇਹ ਡਾਕਟਰ 1656 ਈਸਵੀ ਵਿੱਚ ਉਹਨਾਂ ਅੰਗਰੇਜ਼ ਵਪਾਰੀਆਂ ਦੇ ਨਾਲ ਹੀ ਸਮੁੰਦਰੀ ਜਹਾਜ਼ ਰਾਹੀਂ ਭਾਰਤ ਆਇਆ ਸੀ। ਇਹ ਡਾਕਟਰ ਕੌਲ ਭਾਰਤ ਵਿੱਚ ਕੁਝ ਸਮਾਂ ਸੂਰਤ ਵਿੱਚ ਰਿਹਾ ਤੇ ਬਾਅਦ ਵਿੱਚ ਦਿੱਲੀ ਆ ਗਿਆ।
ਦਿੱਲੀ ਪਹੁੰਚ ਕੇ ਇਹ ਉਸ ਵਕਤ ਦੇ ਭਾਰਤ ਦੇ ਬਾਦਸ਼ਾਹ ਦਾਰਾ ਸ਼ਿਕੋਹ ਦੀ ਫੌਜ ਵਿੱਚ ਸ਼ਾਮਲ ਹੋ ਗਿਆ। ਪਰ ਮੁਗਲ ਬਾਦਸ਼ਾਹ ਦਾਰਾ ਸ਼ਿਕੋਹ ਦਾ 1659 ਈਸਵੀ ਵਿੱਚ ਉਸਦੇ ਭਰਾ ਔਰੰਗਜ਼ੇਬ ਨੇ ਹੀ ਕਤਲ ਕਰ ਦਿੱਤਾ ਸੀ ਤੇ ਆਪਣੇ ਭਰਾ ਦਾ ਕਤਲ ਕਰਨ ਤੋਂ ਬਾਅਦ ਔਰੰਗਜ਼ੇਬ ਆਪ ਭਾਰਤ ਦਾ ਬਾਦਸ਼ਾਹ ਬਣ ਕੇ ਬੈਠ ਗਿਆ ਸੀ। ਇਸੇ ਘਟਨਾ ਤੋਂ ਬਾਅਦ ਹੀ ਡਾਕਟਰ ਕੌਲ ਨੇ ਮੁਗਲ ਫੌਜ ਦੀ ਨੌਕਰੀ ਛੱਡ ਕੇ ਡਾਕਟਰੀ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ। ਇਹ ਅੰਗਰੇਜ਼ ਡਾਕਟਰ ਕੁਝ ਸਮਾਂ ਰਾਜਪੂਤਾਂ ਦੀ ਫੌਜ ਵਿੱਚ ਵੀ ਬਤੌਰ ਸਿਪਾਹੀ ਭਰਤੀ ਹੋ ਕੇ ਰਿਹਾ ਸੀ। 1671 ਈਸਵੀ ਵਿੱਚ ਡਾਕਟਰ ਕੌਲ ਲਾਹੌਰ ਆ ਗਿਆ ਸੀਗਾ ਤੇ ਇੱਥੇ ਹੀ ਉਹ ਵੱਖ-ਵੱਖ ਬਿਮਾਰੀਆਂ ਦੇ ਇਲਾਜਾਂ ਲਈ ਦਵਾਈਆਂ ਦੀ ਖੋਜ ਕਰਦਾ ਰਿਹਾ। ਇਸੇ ਸਮੇਂ ਦੌਰਾਨ ਆਪਣੇ ਲਾਹੌਰ ਰਹਿੰਦੇ ਹੀ ਡਾਕਟਰ ਕੌਲ ਸ੍ਰੀ ਗੁਰੂ ਹਰਿਰਾਏ ਸਾਹਿਬ ਵੱਲੋਂ ਕੀਰਤਪੁਰ ਸਾਹਿਬ ਵਿੱਚ ਸਥਾਪਿਤ ਕੀਤੇ ਦਵਾਖਾਨੇ ਬਾਰੇ ਸੁਣਦਾ ਹੈ, ਕਿਉਂਕਿ ਉਸ ਵਕਤ ਗੁਰੂ ਸਾਹਿਬ ਦਾ ਇਹ ਦਵਾਖਾਨਾ ਦੂਰ-ਦੂਰ ਤੱਕ ਮਸ਼ਹੂਰ ਸੀ। ਲਾਹੌਰ ਰਹਿੰਦੇ ਹੀ ਉਸਨੇ ਦਵਾਈਆਂ ਦੀ ਜਾਣਕਾਰੀ ਲੈਣ ਵਾਸਤੇ ਗੁਰੂ ਸਾਹਿਬਾਂ ਦੇ ਦਵਾਖਾਨੇ ਦਾ ਦੌਰਾ ਵੀ ਕੀਤਾ ਸੀ। ਉਹ ਅਗਲੇ ਕਈ ਸਾਲਾਂ ਦੇ ਵਿੱਚ ਕਈ ਵਾਰ ਗੁਰੂ ਸਾਹਿਬ ਦੇ ਦਵਾਖਾਨੇ ਵਿੱਚ ਦਵਾਈਆਂ ਦੀ ਜਾਣਕਾਰੀ ਲੈਣ ਵਾਸਤੇ ਆਉਂਦਾ ਰਿਹਾ। ਆਪਣੀ ਕਿਤਾਬ ਵਿੱਚ ਡਾਕਟਰ ਕੌਲ ਲਿਖਦਾ ਹੈ ਕਿ ਉਸਨੇ ਕਈ ਵਾਰ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਨਾਲ ਮੁਲਾਕਾਤ ਅਤੇ ਗੱਲਬਾਤ ਵੀ ਕੀਤੀ ਸੀ। ਮੁਗਲ ਬਾਦਸ਼ਾਹ ਦਾਰਾ ਸ਼ਿਕੋਹ ਦੀ ਇੱਕ ਗੰਭੀਰ ਬਿਮਾਰੀ ਦਾ ਇਲਾਜ ਵੀ ਡਾਕਟਰ ਕੌਲ ਨੇ ਗੁਰੂ ਸਾਹਿਬਾਂ ਦੇ ਇਸ ਦਵਾਖਾਨੇ ਵਿੱਚ ਦਵਾਈ ਜਾ ਕੇ ਕੀਤਾ ਸੀ। ਇਸੇ ਕਾਰਨ ਹੀ ਡਾਕਟਰ ਕੌਲ ਸਿੱਖ ਗੁਰੂਆਂ ਦਾ ਸਤਿਕਾਰ ਕਰਦਾ ਸੀ। ਪਰ ਜਦੋਂ ਔਰੰਗਜ਼ੇਬ ਭਾਰਤ ਦਾ ਬਾਦਸ਼ਾਹ ਬਣਿਆ ਤਾਂ ਮੁਗਲਾਂ ਦੇ ਨਾਲ ਸਿੱਖਾਂ ਦੀਆਂ ਜੰਗਾਂ ਯੁੱਧ ਸ਼ੁਰੂ ਹੋ ਗਏ, ਜਿਸ ਕਰਕੇ ਡਾਕਟਰ ਕੌਲ ਸਿੱਖ ਗੁਰੂ ਸਾਹਿਬਾਨਾਂ ਨੂੰ ਉਸ ਵਕਤ ਨਾ ਮਿਲ ਸਕਿਆ। ਵੱਖ-ਵੱਖ ਬਿਮਾਰੀਆਂ ਦੇ ਦਵਾਈਆਂ ਦੀ ਖੋਜ ਕਰਦਾ ਡਾਕਟਰ ਕੌਲ ਉਸ ਵਕਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਮਸ਼ਹੂਰ ਡਾਕਟਰ ਵਜੋਂ ਜਾਣਿਆ ਜਾਣ ਲੱਗਾ ਸੀ। ਜਿਸ ਵਕਤ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਪੁੱਤਰ ਬਹਾਦਰ ਸ਼ਾਹ ਪਹਿਲਾ ਮੁਗਲ ਬਾਦਸ਼ਾਹ ਬਣਦਾ ਹੈ ਤਾਂ ਡਾਕਟਰ ਕੌਲ ਫਿਰ ਇੱਕ ਵਾਰ ਦਿੱਲੀ ਆ ਕੇ ਇੱਕ ਸਰਕਾਰੀ ਡਾਕਟਰ ਵਜੋਂ ਮੁਗਲ ਦਰਬਾਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਲੱਗਦਾ ਹੈ। ਇਸੇ ਦੌਰਾਨ ਹੀ ਡਾਕਟਰ ਕੌਲ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜ਼ਖਮਾਂ ਦਾ ਇਲਾਜ ਕਰਨ ਦਾ ਮੌਕਾ ਮਿਲਿਆ ਸੀ। ਡਾਕਟਰ ਕੌਲ ਨੇ ਨੰਦੇੜ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜ਼ਖਮਾਂ ਦੀ ਜਾਂਚ ਕੀਤੀ ਅਤੇ ਜ਼ਖਮਾਂ ਨੂੰ ਸਾਫ਼ ਕਰਕੇ ਉੱਪਰ ਟਾਂਕੇ ਲਗਾ ਕੇ ਮਲਮ ਪੱਟੀ ਕਰ ਦਿੱਤੀ। ਉਹ ਕਈ ਦਿਨਾਂ ਤੱਕ ਨੰਦੇੜ ਰਿਹਾ ਸੀ ਅਤੇ ਗੁਰੂ ਸਾਹਿਬ ਦੀ ਸਿਹਤ ਦੀ ਜਾਂਚ ਪੜਤਾਲ ਕਰਦਾ ਰਿਹਾ। ਉਸਨੇ ਗੁਰੂ ਸਾਹਿਬ ਵਾਸਤੇ ਕਈ ਤਰ੍ਹਾਂ ਦੀਆਂ ਦੇਸੀ ਦਵਾਈਆਂ ਤਿਆਰ ਕੀਤੀਆਂ ਸਨ। ਨਾਲ ਹੀ ਡਾਕਟਰ ਕੌਲ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਉਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਿੱਖ ਗੁਰੂਆਂ ਦੇ ਨਾਲ ਆਪਣੀ ਸਾਂਝ ਬਾਰੇ ਵੀ ਦੱਸਿਆ ਸੀ ਅਤੇ ਕਈ ਗੱਲਾਂ ਬਾਤਾਂ ਕੀਤੀਆਂ ਸਨ। ਇਸ ਅੰਗਰੇਜ਼ ਡਾਕਟਰ ਦੇ ਇਲਾਜ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਖਮ ਕੁਝ ਦਿਨਾਂ ਵਿੱਚ ਹੀ ਠੀਕ ਹੋ ਗਿਆ ਸੀ ਤੇ ਗੁਰੂ ਸਾਹਿਬ ਨੇ ਇਸ ਡਾਕਟਰ ਦੇ ਇਲਾਜ ਪ੍ਰਤੀ ਆਪਣੀ ਤਸੱਲੀ ਪ੍ਰਗਟ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਅੰਗਰੇਜ਼ ਡਾਕਟਰ ਤੋਂ ਇਲਾਜ ਤੋਂ ਖੁਸ਼ ਹੋ ਕੇ ਡਾਕਟਰ ਕੌਲ ਨੂੰ ਕੁਝ ਸੋਨੇ ਦੀਆਂ ਮੋਹਰਾਂ ਵੀ ਭੇਟ ਕੀਤੀਆਂ ਸਨ। ਡਾਕਟਰ ਕੌਲ ਦੇ ਇਲਾਜ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਖਮ ਕਾਫੀ ਹੱਦ ਤੱਕ ਠੀਕ ਹੋ ਚੁੱਕਾ ਸੀ ਅਤੇ ਗੁਰੂ ਸਾਹਿਬ ਨੇ ਆਮ ਵਾਂਗ ਆਪਣੀ ਜ਼ਿੰਦਗੀ ਵਿੱਚ ਤੁਰਨਾ ਫਿਰਨਾ ਅਤੇ ਕੰਮਕਾਰ ਕਰਨੇ ਸ਼ੁਰੂ ਕਰ ਦਿੱਤੇ ਸਨ। ਪਰ ਇਸੇ ਦੌਰਾਨ ਕੁਝ ਸੰਗਤਾਂ ਹੈਦਰਾਬਾਦ ਤੋਂ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਪਹੁੰਚਦੀਆਂ ਹਨ, ਜੋ ਗੁਰੂ ਸਾਹਿਬ ਵਾਸਤੇ ਇੱਕ ਭਾਰੀ ਤੀਰ ਕਮਾਨ ਲੈ ਕੇ ਪਹੁੰਚਦੀਆਂ ਹਨ। ਇਹਨਾਂ ਹੈਦਰਾਬਾਦ ਦੀਆਂ ਸੰਗਤਾਂ ਨੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਸ ਕਮਾਨ ਉੱਤੇ ਤੀਰ ਚੜਾਉਣ ਦੀ ਅਤੇ ਇਸ ਕਮਾਨ ਦੀ ਪਰਖ ਕਰਨ ਦੀ ਬੇਨਤੀ ਕੀਤੀ ਸੀ। ਸਾਰੀਆਂ ਸੰਗਤਾਂ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਇਸ ਕਮਾਨ ਉੱਤੇ ਤੀਰ ਚੜਾਇਆ ਤਾਂ ਪਰ ਜ਼ੋਰ ਜ਼ਿਆਦਾ ਲੱਗਣ ਕਾਰਨ ਗੁਰੂ ਸਾਹਿਬ ਦੇ ਟਾਂਕੇ ਖੁੱਲ੍ਹ ਗਏ ਅਤੇ ਜ਼ਖਮ ਵਿੱਚੋਂ ਲਗਾਤਾਰ ਖੂਨ ਵਹਿਣ ਤੁਰ ਪਿਆ ਸੀ। ਜ਼ਿਆਦਾ ਖੂਨ ਵਹਿਣ ਕਾਰਨ ਗੁਰੂ ਸਾਹਿਬ ਦੀ ਹਾਲਤ ਇੱਕ ਵਾਰ ਫਿਰ ਗੰਭੀਰ ਹੋ ਗਈ ਸੀ। ਇਸ ਤੋਂ ਬਾਅਦ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜ਼ਖਮ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ, ਪਰ ਜ਼ਿਆਦਾ ਖੂਨ ਵਹਿਣ ਕਾਰਨ ਅਤੇ ਇਨਫੈਕਸ਼ਨ ਹੋਣ ਕਾਰਨ ਉਹ ਜ਼ਖਮ ਭਰ ਨਾ ਸਕਿਆ। ਪਰ ਇਸੇ ਦੌਰਾਨ ਅਖੀਰ 7 ਅਕਤੂਬਰ 1708 ਈਸਵੀ ਵਿੱਚ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਨੰਦੇੜ ਦੀ ਧਰਤੀ ਉੱਤੇ ਹੀ ਜੋਤੀ ਜੋਤ ਸਮਾ ਗਏ ਸਨ। ਸੋ ਦੋਸਤੋ, ਇਹ ਸੀ ਅੱਜ ਦਾ ਇਤਿਹਾਸ। ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।